ਬਹੁਤ ਪਿਆਰੇ ਪੰਜਾਬੀ ਵੀਰੋ, ਭੈਣੋ ਅਤੇ ਭਰਾਓ, ਪਿਛਲੇ ਹਫ਼ਤੇ ਬਹੁਤ ਖੂਬਸੂਰਤ ਕਿਤਾਬ ਬੋਲ ਬੰਦਿਆ, ਜਿਸ ਨੂੰ ਲਿਖਿਆ ਰਵੀਸ਼ ਕੁਮਾਰ ਹੋਰਾਂ ਨੇ, ਛਪ ਕੇ ਆਈ ਹੈ। ਵਿਜ਼ਡਮ ਕਲੈਕਸ਼ਨ ਵੱਲੋਂ ਇਹ ਪਬਲਿਸ਼ ਹੋਈ ਹੈ ਔਰ ਇਸ ਨੂੰ ਪਬਲਿਸ਼ ਕਰਨ ਦੇ ਵਿੱਚ ਮੇਰੇ ਬਹੁਤ ਪਿਆਰੇ ਅਤੇ ਸਤਿਕਾਰੇ ਵੀਰ ਭੁਪਿੰਦਰ ਮੱਲੀ, ਜਿਹੜੇ ਸਰੀ 'ਚ ਰਹਿੰਦੇ ਨੇ, ਔਰ ਉਹਨਾਂ ਦੇ ਸਾਥੀ ਸਹਿਯੋਗੀ ਸਾਊਥ ਏਸ਼ੀਅਨ ਰਿਵਿਊ ਵਾਲੇ ਨਵਰੋਜ਼ ਗੁਰਬਾਜ਼ ਐਂਟਰਟੇਨਮੈਂਟ ਵਾਲੇ ਮਿੱਤਰ ਪਿਆਰੇ ਸਰੀ ਤੋਂ, ਪੰਜਾਬ ਪ੍ਰਕਾਸ਼ਨ ਅਤੇ ਸਿੰਘ ਬ੍ਰਦਰਜ਼ ਨੇ ਇਸ ਨੂੰ ਅੱਗੇ ਲੋਕਾਂ ਤੱਕ ਲਿਜਾਣ ਦਾ ਉਪਰਾਲਾ ਕੀਤਾ ਔਰ ਬੜਾ ਹੀ ਸੋਹਣਾ ਅਨੁਵਾਦ ਬਹੁਤ ਪਿਆਰੇ ਜਰਨਲਿਸਟ ਦਲਜੀਤ ਅਮੀ ਹੋਰਾਂ ਨੇ ਕੀਤਾ। ਇਸ ਕਿਤਾਬ ਦੀ ਖੂਬਸੂਰਤੀ ਇਹ ਹੈ ਕਿ ਇੱਕ ਤਾਂ ਉਹਦੇ ਵਿਚਲਾ ਗਿਆਨ ਜਿਹੜਾ ਉਹ ਆਮ ਸਧਾਰਨ ਬੰਦੇ ਦੇ ਵਰਤਣ ਵਾਲਾ ਹੈ। ਦੂਸਰੀ ਖੂਬਸੂਰਤੀ ਇਹ ਹੈ ਕਿ ਇਸ ਵਿੱਚ ਆਮ ਬੰਦੇ ਦੀ ਜ਼ੁਬਾਨ ਵਿੱਚ ਸਾਰੀ ਗੱਲ ਕੀਤੀ ਗਈ ਹੈ। ਪ੍ਰਾਈਮ ਟਾਈਮ ਪ੍ਰੋਗਰਾਮ ਜਿਹੜਾ NDTV ਤੋਂ ਆਉਂਦਾ ਹੈ, ਉਸ ਵਿੱਚ ਲਗਭਗ ਹਰ ਰੋਜ਼ ਰਵੀਸ਼ ਕੁਮਾਰ ਹੋਰੀ ਜਿਵੇਂ ਜਗਾਉਂਦੇ ਨੇ ਸਾਨੂੰ, ਉਸ ਦੀ ਕਦਰਦਾਨੀ ਕਰਦਿਆਂ ਹੀ ਭੁਪਿੰਦਰ ਸਿੰਘ ਮੱਲੀ ਹੋਰਾਂ ਨੇ, ਸੁੱਚਾ ਸਿੰਘ ਦੀਪਕ, ਲਵਪ੍ਰੀਤ ਸਿੰਘ ਸੰਧੂ ਅਤੇ ਹੋਰ ਮਿੱਤਰ ਪਿਆਰਿਆਂ ਨੇ ਸਰ ਰਣਜੋਤ ਸਿੰਘ ਰਾਹੀਂ ਇਸ ਕਿਤਾਬ ਨੂੰ ਸਾਡੇ ਸਾਹਮਣੇ ਲਿਆਂਦਾ। ਇਹ ਕਿਤਾਬ ਇਹੀ ਕਹਿੰਦੀ ਹੈ ਕਿ ਜੇ ਨਹੀਂ ਬੋਲੋਗੇ ਤਾਂ ਹਾਲਤ ਉਹੀ ਹੋਵੇਗੀ ਜਿਹੜੀ ਜ਼ਹੂਰ ਹੁਸੈਨ ਜ਼ਹੂਰ ਕਹਿ ਗਏ ਨੇ ਕਿ ਸੋਚਾਂ ਦੀ ਮਈਅਤ ਨੂੰ ਲੈ ਕੇ ਹੁਣ ਮੈਂ ਕਿਹੜੇ ਦਰ ਜਾਵਾਂਗਾ, ਜੇ ਬੋਲਾਂ ਤਾਂ ਮਾਰ ਦੇਣਗੇ, ਨਾ ਬੋਲਾਂ ਤਾਂ ਮਰ ਜਾਵਾਂਗਾ। ਮੈਨੂੰ ਮਾਣ ਹੈ ਕਿ ਇਸ ਕਿਤਾਬ ਨੂੰ ਮੈਂ 2 ਨਹੀਂ ਸਗੋਂ 3 ਵਾਰ ਛਪਣ ਤੋਂ ਪਹਿਲਾਂ ਪੜ੍ਹਿਆ। ਇਸ ਦੀਆਂ ਜਿੰਨੀਆਂ ਕਿ ਸ਼ਬਦ ਜੋੜ ਗਲਤੀਆਂ ਸੀ ਉਸ ਨੂੰ ਪ੍ਰਿੰਟਿੰਗ ਦੇ ਹਵਾਲੇ ਨਾਲ ਠੀਕ ਕਰਨ ਦੀ ਕੋਸ਼ਿਸ਼ ਕੀਤੀ ਔਰ ਹੁਣ ਜਦੋਂ ਕਿਤਾਬ ਛਪ ਕੇ ਆਈ ਹੈ ਤਾਂ ਇੰਝ ਲੱਗਿਆ ਜਿਵੇਂ ਇੱਕ ਹੋਰ ਸੂਰਜ ਉਦੈ ਹੋ ਗਿਆ ਹੋਵੇ। ਇਸ ਕਿਤਾਬ ਬਾਰੇ ਮੈਂ ਵੀ ਥੋੜ੍ਹੀ ਜਿਹੀ ਗੱਲ ਕੀਤੀ ਹੈ। ਆਖਿਆ ਕਿ ਰਵਿਸ਼ ਕੁਮਾਰ ਦੀ ਲਿਖਤ ਅਤੇ ਬੋਲਬਾਣੀ ਵਿੱਚ ਧਰਤੀ ਦਾ ਦੁੱਖ ਸੁੱਖ ਖੁੱਲ੍ਹ ਕੇ ਬੋਲਦਾ ਹੈ। ਕੂੜ ਕੁਸੱਤ ਦੀ ਤੇਜ਼ ਹਨੇਰੀ ਸਾਹਮਣੇ ਨਿਰੰਤਰ ਬਲਦਾ ਚਿਰਾਗ ਹੈ। ਕੰਨੀ ਦੇ ਕਿਆਰੇ ਵਾਂਗ ਨੁੱਕਰੇ ਲੱਗੇ ਸਧਾਰਨ ਆਦਮੀ ਦੀ ਦਰਦਗਾਥਾ ਪੁਣ ਛਾਣ ਕੇ ਉਹ ਸਾਨੂੰ ਦੱਸਦਾ ਹੈ ਕਿ ਇਹ ਕੰਡਿਆਲੀਆਂ ਪੀੜਾਂ ਕੌਣ ਬੀਜਦਾ ਅਤੇ ਲਗਾਤਾਰ ਉਸ ਨੂੰ ਸਾਡੇ ਰਾਹੀਂ ਕੌਣ ਵਿਛਾਉਂਦਾ। ਰੰਗ ਬਿਰੰਗੀਆਂ ਸੋਚ ਧਾਰਾਵਾਂ ਦੇ ਸਿਆਸਤ ਵਿੱਚ ਤੱਤਾਂ ਨੂੰ ਰਿੜਕ ਕੇ ਆਮ ਲੋਕਾਂ ਦੀ ਆਵਾਜ਼ ਬਣ ਕੇ ਉਹ ਬੇਬਾਕ ਅੰਦਾਜ਼ 'ਚ ਉੱਚੀ ਆਵਾਜ਼ 'ਚ ਹੋਕਾ ਦਿੰਦਾ। ਉਸ ਦੀ ਬੇਹੱਦ ਮਕਬੂਲ ਕਿਤਾਬ ਜਿਹੜੀ ਉਸ ਨੇ ਅੰਗਰੇਜ਼ੀ 'ਚ ਲਿਖੀ, ਦਾ ਫਰੀ ਵਾਇਸ, ਜਿਸ ਨੂੰ ਬਹੁਤ ਸਾਰੀਆਂ ਜ਼ੁਬਾਨਾਂ ਟ੍ਰਾਂਸਲੇਟ ਕੀਤਾ, ਅਨੁਵਾਦ ਕੀਤਾ। ਪੰਜਾਬੀ ਵਿੱਚ ਅਸੀਂ ਥੋੜ੍ਹਾ ਪਛੜ ਗਏ ਹਾਂ, ਪਰ ਫਿਰ ਵੀ ਮੈਂ ਕਹਿੰਦਾ ਬਹਾਦਰੀ ਹੈ ਮੇਰੇ ਮਿੱਤਰ ਪਿਆਰਿਆਂ ਦੀ, ਜਿਹਦਾ ਜ਼ਿਕਰ ਮੈਂ ਪਹਿਲਾਂ ਕਰ ਬੈਠਾ, ਕਿ ਉਹਨਾਂ ਨੇ ਦਲਜੀਤ ਅਮੀ ਹੋਰਾਂ ਦਾ ਅਨੁਵਾਦ ਕਰਾ ਕੇ ਇਸ ਨੂੰ ਪੇਸ਼ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਔਰ ਬਹੁਤ ਹੀ ਸੋਹਣਾ ਇਹਨੂੰ ਪ੍ਰਿੰਟ ਕੀਤਾ ਪ੍ਰਿੰਟ ਵੈਲ ਅੰਮ੍ਰਿਤਸਰ ਵਾਲਿਆਂ ਨੇ, ਜਿਹੜੇ ਖੂਬਸੂਰਤ ਕਿਤਾਬਾਂ ਦੀ ਪ੍ਰਕਾਸ਼ਨਾਂ ਦੇ ਵਿੱਚ ਇਸ ਵਕਤ ਉੱਤਰੀ ਭਾਰਤ 'ਚ ਨੰਬਰ 1 ਨੇ। ਇਸ ਕਿਤਾਬ ਬਾਰੇ ਬੜੀਆਂ ਸੋਹਣੀਆਂ ਗੱਲਾਂ ਲਿਖੀਆਂ ਨੇ ਸਤਰਾਮ ਮਾਣਕ ਹੋਰਾਂ ਨੇ ਵੀ, ਡਾਕਟਰ ਹਰਵਿੰਦਰ ਭੱਟੀ ਜੀ ਨੇ ਵੀ, ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮਾਜ ਸ਼ਾਸਤਰ ਵਿਭਾਗ ਦੇ ਪ੍ਰੋਫੈਸਰ ਰਹੇ ਨੇ। ਸਤਨਾਮ ਨੇ ਤਾਂ ਇੱਥੋਂ ਤੱਕ ਕਿਹਾ ਕਿ ਰਵਿਸ਼ ਕੁਮਾਰ ਦੇਸ਼ ਦੀਆਂ ਅਜੋਕੀਆਂ ਰਾਜਨੀਤਿਕ, ਆਰਥਿਕ, ਸਮਾਜਿਕ, ਸੱਭਿਆਚਾਰਕ ਅਤੇ ਧਾਰਮਿਕ ਸਥਿਤੀਆਂ ਵਿੱਚ ਆਪਣੀ ਤੜਕ ਪੱਤਰਕਾਰੀ ਨਾਲ ਬੁਲੰਦ ਸ਼ਖਸੀਅਤ ਦਾ ਪ੍ਰਗਟਾਵਾ ਕਰਦਾ ਹੈ। ਅਤੇ ਹਰਵਿੰਦਰ ਨੇ ਵੀ ਇਹੀ ਗੱਲ ਕਹੀ ਹੈ ਕਿ ਰਵਿਸ਼ ਕੁਮਾਰ ਨੇ ਨਾ ਸਿਰਫ ਇਸ ਸਮੇਂ ਵਿੱਚ ਚਿਰਾਗ ਜਗਾਈ ਰੱਖੇ, ਸਗੋਂ ਖੁਦ ਚਿਰਾਗ ਬਣ ਕੇ ਜਗਦੇ ਰਹਿਣ ਦਾ ਫੈਸਲਾ ਕੀਤਾ। ਇਹ ਕਿਤਾਬ ਉਸੇ ਚਿਰਾਗ ਦੀ ਲੋ ਆ। ਦਲਜੀਤ ਅਮੀ ਹੋਰਾਂ ਨੇ ਅਨੁਵਾਦ ਕਰਨ ਦੇ ਨਾਲ ਨਾਲ ਇਸ ਦਾ ਮੁੱਖਬੰਧ ਲਿਖਦਿਆਂ ਜਿੱਥੇ ਬਹੁਤ ਸੋਹਣੀਆਂ ਗੱਲਾਂ ਆਖੀਆਂ ਨੇ, ਉੱਥੇ ਵੀ ਆਖਿਆ ਕਿ ਜਿਹੜੀ ਸ਼ਕਤੀ ਰਵਿਸ਼ ਕੁਮਾਰ ਹੋਰਾਂ ਦੀ ਲਿਖਤ ਵਿੱਚ ਹੈ ਉਹ ਬੜੇ ਵਿਰਲਿਆਂ ਦੇ ਭਾਗਾਂ 'ਚ ਆਉਂਦੀ ਹੈ ਔਰ ਅਸੀਂ ਸਾਰੇ ਉਹਦੀ ਧਿਰ ਬਣੀਏ, ਉਸ ਆਵਾਜ਼ ਨੂੰ ਅੱਗੇ ਤੋਂ ਅੱਗੇ ਲੈ ਕੇ ਜਾਈਏ। ਇਸ ਕਿਤਾਬ ਦਾ ਮੁੱਖਬੰਧ ਲਿਖਦਿਆਂ ਆਪ ਰਵਿਸ਼ ਕੁਮਾਰ ਹੋਰਾਂ ਨੇ ਲਿਖਿਆ ਕਿ ਇੱਕ ਮੰਦਰ ਦੇ ਸਾਹਮਣੇ ਇੱਕ ਮੁਸਲਮਾਨ ਤਰਬੂਜ ਵੇਚ ਰਿਹਾ ਹੈ। ਕੁਝ ਲੋਕ ਤਰਬੂਜ ਵੇਚਣ ਵਾਲੇ ਕੋਲ ਪਹੁੰਚ ਕੇ ਉਸ ਨੂੰ ਕੁੱਟਦੇ ਨੇ ਅਤੇ ਉਸ ਦੇ ਤਰਬੂਜ ਭੁੰਜੇ ਸੁੱਟ ਦਿੰਦੇ ਨੇ। ਕਰਨਾਟਕਾ ਦੇ ਧਾਰਵਾੜ ਇਲਾਕੇ ਦੀ ਇਸ ਘਟਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਚਾਰੇ ਪਾਸੇ ਫੈਲੀਆਂ ਹੋਈਆਂ ਹਨ। ਚਾਰੇ ਪਾਸੇ ਲੋਕ ਚੁੱਪ ਹਨ। ਰਾਮਨੌਮੀ ਦੇ ਸ਼ੁਭ ਮੌਕੇ 'ਤੇ ਕੱਢੀਆਂ ਗਈਆਂ ਸ਼ੋਭਾ ਯਾਤਰਾਵਾਂ ਹੁਣ ਸਿਆਸੀ ਜਲੂਸ ਵਿੱਚ ਬਦਲ ਚੁੱਕੀਆਂ ਹਨ। ਇਹ ਜਲੂਸ ਵਿੱਚ ਤਲਵਾਰਾਂ ਲਿਸ਼ਕ ਰਹੀਆਂ ਨੇ, ਗਾਏ ਜਾ ਰਹੇ ਗੀਤ ਭਜਨ ਘੱਟ ਪਰ ਲਲਕਾਰੇ ਜ਼ਿਆਦਾ ਨੇ। ਮਸਜਿਦ ਦੀ ਮੀਨਾਰ 'ਤੇ ਚੜ੍ਹ ਕੇ ਭਗਵਾ ਲਹਿਰਾਉਣ ਵਾਲੇ ਨੌਜਵਾਨ ਜਾਣਦੇ ਹਨ ਕਿ ਉਹ ਕੀ ਕਰ ਰਹੇ ਹਨ ਅਤੇ ਕਿਸ ਦੇ ਇਸ਼ਾਰੇ 'ਤੇ ਕਰ ਰਹੇ ਹਨ। ਹਰ ਦੂਜੇ ਦਿਨ ਧਰਮ ਦੇ ਨਾਂ 'ਤੇ ਇੱਕ ਵਰਗ ਨੂੰ ਇਸੇ ਤਰ੍ਹਾਂ ਜ਼ਲੀਲ ਕੀਤਾ ਜਾਂਦਾ ਹੈ।
ਹਰ ਰੋਜ਼ ਇਹ ਦੇਸ਼ ਅਜਿਹੀਆਂ ਘਟਨਾਵਾਂ 'ਤੇ ਚੁੱਪੀ ਧਾਰੀ ਬੈਠਾ ਹੈ। ਲੋਕ ਦੂਸਰੇ ਦੇ ਧਰਮ ਦੇ ਖਿਲਾਫ ਤਾਂ ਬੋਲਦੇ ਹਨ, ਪਰ ਧਰਮ ਦੇ ਖਿਲਾਫ ਕੋਈ ਨਹੀਂ ਬੋਲਦਾ। ਇਹ ਧਰਮ ਦੇ ਨਾਂ 'ਤੇ ਹੋ ਰਿਹਾ ਧਰਮ ਵਿਰੁੱਧ ਲਿਖਣ ਬੋਲਣ ਦੀ ਜਾਂਚ ਹੀ ਭੁੱਲ ਗਏ ਹਨ। ਦੋਸਤੋ, ਅੱਗੇ ਹੋਰ ਲਿਖਦਾ ਉਹ ਇਸ ਤਰ੍ਹਾਂ ਨਾਲ ਹੀ ਗੱਲ ਕਰਦਾ ਕਿ ਜਿਸ ਸਮੇਂ ਇਹ ਕਿਤਾਬ ਬੋਲਣਾ ਹੀ ਹੈ ਹਿੰਦੀ ਵਿੱਚ ਅੰਗਰੇਜ਼ੀ 'ਚ ਆਈ ਸੀ, ਉਸ ਸਮੇਂ ਸਿਰਲੇਖ ਇਸ ਲਈ ਚੁਣਿਆ ਗਿਆ ਸੀ ਕਿਉਂਕਿ ਵੇਖਣ ਵਿੱਚ ਆ ਰਿਹਾ ਸੀ ਕਿ ਆਉਣ ਵਾਲੇ ਸਮੇਂ 'ਚ ਇਸ ਦੇਸ਼ 'ਚ ਬੋਲਣਾ ਮਹਿੰਗਾ ਪਵੇਗਾ। ਬੋਲਣ ਦੀ ਕੀਮਤ ਬਹੁਤ ਜ਼ਿਆਦਾ ਉਤਾਰਨੀ ਪਵੇਗੀ ਅਤੇ ਬੋਲਣ ਵਾਲੇ ਵੀ ਘੱਟ ਹੋਣਗੇ। ਹਿੰਸਾ ਦਾ ਦਬਦਬਾ ਇੰਨਾ ਵੱਧ ਜਾਏਗਾ ਕਿ ਆਪਣੇ ਨਾਗਰਿਕਾਂ ਨੂੰ ਲਗਾਤਾਰ ਜ਼ਲੀਲ ਹੁੰਦੇ ਵੇਖ ਕੇ ਕੌਮ ਦੀ ਮਾਨਸਿਕ ਸਿਹਤ ਵਿਗੜ ਜਾਵੇਗੀ। ਮਾਮਲਾ ਬੋਲਣ ਦੀ ਬਹਾਦਰੀ ਦਾ ਨਹੀਂ, ਅਸੀਂ ਇੱਕ ਅਜਿਹੀ ਅੰਨੀ ਸੁਰੰਗ ਵਿੱਚ ਪਹੁੰਚ ਗਏ ਹਾਂ ਜਿੱਥੇ ਬੋਲਣ 'ਤੇ ਕੋਈ ਆਵਾਜ਼ ਨਹੀਂ ਗੂੰਜਦੀ। ਲੱਗਦਾ ਹੀ ਨਹੀਂ ਕਿ ਉਹੀ ਦੇਸ਼ ਹੈ ਜਿੱਥੇ ਕਿਸੇ ਵੇਲੇ ਇੰਨੀਆਂ ਆਵਾਜ਼ਾਂ ਉੱਠੀਆਂ ਸਨ ਕਿ 200 ਸਾਲਾਂ ਤੋਂ ਕਬਜ਼ਾ ਕਰੀ ਬੈਠਾ ਅੰਗਰੇਜ਼ ਹਕੂਮਤ ਦੀਆਂ ਨੀਹਾਂ ਹਿੱਲ ਗਈਆਂ ਸਨ। ਅੱਜ ਧਰਮ ਦੀ ਨਫ਼ਰਤ ਦੇ ਨਾਂ 'ਤੇ ਇੰਨੀ ਵੱਡੀ ਫੌਜ ਤਿਆਰ ਹੋ ਗਈ ਹੈ ਕਿ ਜਿੰਨੇ ਲੋਕ ਸੜਕਾਂ 'ਤੇ ਹੰਗਾਮਾ ਕਰਦੇ ਵੇਖੇ ਜਾਂਦੇ ਨੇ, ਉਸ ਤੋਂ ਕਈ ਗੁਣਾ ਜ਼ਿਆਦਾ ਵਿਦੇਸ਼ ਤੋਂ ਲੈ ਕੇ ਦੇਸ਼ ਦੇ ਕੋਨੇ-ਕੋਨੇ ਤੱਕ ਘਰਾਂ 'ਚ ਬੈਠੇ ਹਨ। ਫਿਰਕਾ ਪ੍ਰਸਤੀ ਨੇ ਹੁਣ ਸਮਾਜਿਕ ਪਛਾਣ ਦਾ ਰੂਪ ਧਾਰ ਲਿਆ ਹੈ। ਹਰ ਫਿਰਕਾ ਪ੍ਰਸਤ ਬੰਦਾ ਸਿਰ ਉੱਚਾ ਕਰਕੇ ਸਮਾਜ ਵਿੱਚ ਘੁੰਮ ਰਿਹਾ ਹੈ ਅਤੇ ਇਹਨਾਂ ਗੱਲਾਂ ਨੂੰ ਗਲਤ ਸਮਝਣ ਵਾਲਾ ਨੀਵੀਂ ਪਾ ਕੇ ਸ਼ਰਮ ਮਹਿਸੂਸ ਕਰ ਰਿਹਾ ਹੈ। ਤੁਹਾਨੂੰ ਇਸ ਦੇਸ਼ ਦੀਆਂ ਸੰਸਥਾਵਾਂ ਵੱਲੋਂ ਬੋਲਣ ਦੀ ਕੋਈ ਗਰੰਟੀ ਨਹੀਂ ਹੈ। ਜੇ ਤੁਸੀਂ ਜੀ ਹਜ਼ੂਰੀ ਵਿੱਚ ਬੋਲਣਾ ਚਾਹੁੰਦੇ ਹੋ ਤਾਂ ਫਿਰ ਕੋਈ ਦਿੱਕਤ ਨਹੀਂ ਹੈ। ਜੇਕਰ ਤੁਸੀਂ ਗਲਤ ਦਾ ਵਿਰੋਧ ਕਰਨਾ ਹੈ ਤਾਂ ਬੋਲਣ ਦੀ ਖੁੱਲ੍ਹ ਨਹੀਂ ਹੈ। ਇੱਕ ਪਾਸੜ ਬੋਲਿਆ ਜਾ ਰਿਹਾ ਹੈ, ਇੱਕ ਪਾਸੜ ਕਾਰਵਾਈ ਕੀਤੀ ਜਾ ਰਹੀ ਹੈ। ਭਾਰਤ ਦਾ ਇੱਕ ਪਾਸੜ ਨਿਰਮਾਣ ਕੀਤਾ ਜਾ ਰਿਹਾ ਹੈ, ਪਰ ਨਾਅਰਿਆਂ ਵਿੱਚ ਲਿਖਿਆ ਜਾ ਰਿਹਾ ਹੈ ਕਿ ਸਭ ਦਾ ਭਾਰਤ ਬਣਾਇਆ ਜਾ ਰਿਹਾ ਹੈ। ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਇਸ ਪੁਸਤਕ ਦੇ ਪੰਜਾਬੀ ਵਿੱਚ ਆਉਣ ਨਾਲ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਵਸਦੇ ਪੰਜਾਬੀ ਜਾਣਨ ਵਾਲੇ ਅਜਿਹੇ ਪਾਠਕ ਵੀ ਹੋਣਗੇ ਜੋ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਰਹਿੰਦੇ ਹੋਣਗੇ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਅਜਿਹੇ ਹਾਲਾਤ ਉਹਨਾਂ ਦੇ ਸਾਹਮਣੇ ਹੁੰਦੇ ਤਾਂ ਕੀ ਉਹ ਤਰੱਕੀ ਕਰ ਸਕਦੇ ਸੀ। ਮੈਂ ਉਹਨਾਂ ਤੋਂ ਇਹ ਵੀ ਜਾਣਨਾ ਚਾਹੁੰਦਾ ਹਾਂ ਕਿ ਜਦੋਂ ਦੂਜੇ ਦੇਸ਼ਾਂ ਦੀਆਂ ਬਿਹਤਰ ਸਹੂਲਤਾਂ ਦੇ ਸਹਾਰੇ ਤੁਸੀਂ ਅੱਗੇ ਵਧ ਰਹੇ ਹੋ ਤਾਂ ਤੁਸੀਂ ਭਾਰਤ ਲਈ ਅਜਿਹੀ ਪ੍ਰਣਾਲੀ ਦੀ ਮੰਗ ਕਿਉਂ ਨਹੀਂ ਕਰਦੇ। ਕਿਉਂ ਅੱਜ ਵੀ ਪੁਲਿਸ ਧਰਮ ਅਤੇ ਜ਼ਾਤ ਨੂੰ ਵੇਖ ਕੇ ਫੈਸਲਾ ਲੈਂਦੀ ਹੈ। ਜਦੋਂ ਕਿਸੇ ਗਰੀਬ ਠੇਲੇ ਵਾਲੇ ਦਾ ਠੇਲਾ ਪਲਟ ਦਿੱਤਾ ਜਾਂਦਾ ਹੈ ਤਾਂ ਅਦਾਲਤ ਚੁੱਪ ਕਿਉਂ ਰਹਿੰਦੀ ਹੈ। ਕਿਉਂ ਜ਼ਮਾਨਤ ਦੇ ਕੇਸ ਦੀ ਸੁਣਵਾਈ ਰਾਹੀਂ ਅਦਾਲਤ ਨੂੰ ਕਈ ਹਫ਼ਤੇ ਲੱਗ ਜਾਂਦੇ ਹਨ। ਕੀ ਤੁਸੀਂ ਸਾਰੇ ਇੱਕ ਅਜਿਹੇ ਦੇਸ਼ ਵਿੱਚ ਰਹਿਣਾ ਚਾਹੋਗੇ ਜਿੱਥੇ ਰਾਜ ਪ੍ਰਬੰਧ ਸਿਰਫ ਉਹਨਾਂ ਲਈ ਹੈ ਜੋ ਸਰਕਾਰ ਦੇ ਜੀ ਹਜ਼ੂਰੀਏ ਹਨ ਅਤੇ ਸਰਕਾਰ ਲਗਾਤਾਰ ਉਹਨਾਂ ਤਾਕਤਾਂ ਨੂੰ ਸ਼ਹਿ ਦਿੰਦੀ ਹੈ ਜੋ ਦੂਜਿਆਂ ਦੀ ਆਵਾਜ਼ ਨੂੰ ਦਬਦਬਾਉਂਦੇ ਹਨ। ਧਰਮ ਦੇ ਨਾਂ 'ਤੇ ਫੈਲਾਈ ਜਾ ਰਹੀ ਇਸ ਨਫ਼ਰਤ ਦੀ ਹਵਾ ਭਾਰਤ ਦੇ ਨੌਜਵਾਨਾਂ ਨੂੰ ਦੰਗਾਕਾਰੀ ਬਣਾਏਗੀ ਜਾਂ ਡਾਕਟਰ ਇੰਜੀਨੀਅਰ। ਇਸ ਗਰਮ ਹਵਾ ਨੂੰ ਸ਼ਾਂਤ ਕਰਨ ਲਈ ਤੁਹਾਡੀ ਕੀ ਭੂਮਿਕਾ ਹੈ। ਇਹਨਾਂ ਸਵਾਲਾਂ 'ਤੇ ਹੁਣ ਬੋਲਣ ਦੀ ਵਾਰੀ ਤੁਹਾਡੀ ਹੈ। ਜੇ ਤੁਸੀਂ ਅੱਜ ਵੀ ਚੁੱਪ ਰਹੇ ਤਾਂ ਕੱਲ੍ਹ ਨੂੰ ਇਹ ਚੁੱਪ ਤੁਹਾਨੂੰ ਬਹੁਤ ਮਹਿੰਗੀ ਪਵੇਗੀ। ਇਹ ਦੇਸ਼ ਉਦੋਂ ਤੱਕ ਹੀ ਸਲਾਮਤ ਹੈ ਜਦੋਂ ਤੱਕ ਕੋਈ ਦੂਸਰੇ ਲਈ ਬੋਲ ਰਿਹਾ ਹੈ, ਜਿਵੇਂ ਕੋਈ ਆਪਣੇ ਲਈ ਬੋਲ ਰਿਹਾ ਹੈ। ਜੇ ਸੱਤਾ ਦੇ ਜ਼ੋਰ 'ਤੇ ਸੱਤਾਧਾਰੀ ਕਿਸੇ ਇੱਕ ਧਰਮ ਦੀ ਮੱਤ ਤੁਹਾਡੇ ਥੋਪਣ ਦਾ, ਇੱਕ ਧਰਮ ਦੇ ਖਾਣ ਪੀਣ ਵਰਤਾਉਣ 'ਚ ਕਾਮਯਾਬ ਹੋ ਜਾਣ ਅਤੇ ਦੂਸਰੇ ਲੋਕ ਚੁੱਪ ਰਹਿਣ, ਫਿਰ ਕਿੱਥੇ ਰਹੇਗਾ ਉਹ ਭਾਰਤ ਜਿਹੜਾ ਵੱਖ-ਵੱਖ ਸੂਬਿਆਂ 'ਚ ਬੋਲਦਾ ਸੀ। ਅਸੀਂ ਭਾਸ਼ਾ, ਧਰਮ ਅਤੇ ਸੱਭਿਆਚਾਰ ਵੱਲੋਂ ਭਾਵੇਂ ਵੱਖਰੇ ਹਾਂ, ਪਰ ਅੰਦਰੋਂ ਫਿਰ ਵੀ ਇੱਕ ਹਾਂ। ਇਸ ਲਈ ਹੁਣ ਸਾਰਿਆਂ ਨੂੰ ਹੀ ਬੋਲਣਾ ਪੈਣਾ ਹੈ। ਦਲਜੀਤ ਅਮੀ ਜੀ ਦਾ ਧੰਨਵਾਦ ਜਿਨ੍ਹਾਂ ਨੇ ਇਸ ਪੁਸਤਕ ਦਾ ਪੰਜਾਬੀ ਅਨੁਵਾਦ ਕੀਤਾ ਹੈ। ਇਸ ਤੋਂ ਪਹਿਲਾਂ ਇਹ ਕਿਤਾਬ ਮਰਾਠੀ, ਕੰਨੜ, ਨੇਪਾਲੀ, ਗੁਜਰਾਤੀ ਅਤੇ ਅੰਗਰੇਜ਼ੀ ਵਿੱਚ ਛਪ ਚੁੱਕੀ ਹੈ। ਮੈਨੂੰ ਯਕੀਨ ਹੈ ਕਿ ਇਹ ਕਿਤਾਬ ਨੂੰ ਪੜ੍ਹ ਕੇ ਤੁਹਾਡਾ ਸਭ ਦਾ ਪਿਆਰ ਮਿਲੇਗਾ। ਮੈਨੂੰ ਯਕੀਨ ਹੈ ਕਿ ਤੁਸੀਂ ਇਸ ਕਿਤਾਬ ਨੂੰ ਪੜ੍ਹ ਕੇ ਚੁੱਪ ਨਹੀਂ ਰਹੋਗੇ, ਜ਼ਰੂਰ ਬੋਲੋਗੇ। ਇਹ ਗੱਲਾਂ ਰਵਿਸ਼ ਕੁਮਾਰ ਹੋਰਾਂ ਨੇ ਵਿਸਾਖੀ ਵਾਲੇ ਦਿਨ 2022 ਨੂੰ ਇਸ ਕਿਤਾਬ ਦੇ ਮੁੱਖ ਬੰਦ ਰੂਪ 'ਚ ਲਿਖੀਆਂ ਨੇ। ਸੋ ਦੋਸਤੋ, ਮੈਂ ਇਹ ਤਾਂ ਨਹੀਂ ਕਹਿੰਦਾ ਕਿ ਤੁਸੀਂ ਕਿੰਨੀ ਸ਼ਕਤੀ ਨਾਲ ਬੋਲ ਸਕੋਗੇ, ਪਰ ਇਹ ਯਕੀਨ ਕਰਦਾ ਕਿ ਇਹ ਕਿਤਾਬ ਪੜ੍ਹਨ ਤੋਂ ਬਾਅਦ ਤੁਹਾਡੇ ਅੰਦਰ ਜਿਹੜੀ ਹਲਚਲ ਹੋਏਗੀ ਉਹ ਸਮਾਜ ਲਈ ਬੜੀ ਸਾਰਥਕ ਹੋਏਗੀ। ਵਿਚਾਰ ਦਾ ਅੱਗੇ ਤੁਰਨਾ ਲਾਜ਼ਮੀ ਹੈ। ਸੋ ਸਾਨੂੰ ਸਾਰਿਆਂ ਨੂੰ ਹੀ ਇਸ ਪੁਸਤਕ ਰਾਹੀਂ ਆਪਣੇ ਆਪ ਨੂੰ ਨਵਿਆਉਣ ਦੀ ਲੋੜ ਹੈ ਕਿ ਰਵਿਸ਼ ਕੁਮਾਰ ਕੀ ਕਹਿੰਦਾ ਉਸ ਨਾਲ ਸਹਿਮਤੀ ਅਸਹਿਮਤੀ ਤੁਹਾਡਾ ਆਪਣਾ ਹੱਕ ਹੈ, ਪਰ ਇਸ ਨੂੰ ਪੜ੍ਹਨਾ ਵੀ ਧਰਮ ਹੋਵੇਗਾ। ਇਸ ਧਰਮ ਦੀ ਪਾਲਣਾ ਉਮੀਦ ਹੈ ਕਿ ਤੁਸੀਂ ਕਰੋਗੇ। ਇਹ ਕਿਤਾਬ ਪੰਜਾਬ ਦੇ ਲਗਭਗ ਸਾਰੇ ਹੀ ਕਿਤਾਬਾਂ ਵੇਚਣ ਵਾਲੇ ਮਿੱਤਰ ਪਿਆਰਿਆਂ ਤੋਂ ਮਿਲ ਜਾਏਗੀ, ਪਰ ਇਸ ਦੀ ਜਿਹੜੀ ਵੰਡ ਹੈ ਉਹ ਵਿਜ਼ਡਮ ਕਲੈਕਸ਼ਨ ਵਾਲੇ ਲੁਧਿਆਣਾ ਤੋਂ ਰਣਜੋਤ ਸਿੰਘ ਹੋਰੀ ਕਰ ਰਹੇ ਨੇ। ਅੰਮ੍ਰਿਤਸਰ ਦੇ ਵਿੱਚ ਸਿੰਘ ਬ੍ਰਦਰਜ਼ ਵਾਲੇ ਜਿਹੜੇ ਨੇ ਸਿਟੀ ਸੈਂਟਰ ਦੇ ਵਿੱਚ, ਉਹ ਇਸ ਦੀ ਵੰਡ ਕਰ ਰਹੇ ਨੇ। ਜਲੰਧਰ ਦੇ ਵਿੱਚ ਇਹ ਕਿਤਾਬ ਦੇਸ਼ ਭਗਤ ਯਾਦਗਾਰ ਹਾਲ ਦੇ ਬੂਹੇ 'ਤੇ ਇੱਕ ਦੁਕਾਨ ਹੈ ਪੰਜਾਬ ਪ੍ਰਕਾਸ਼ਨ ਦੀ, ਉਸ ਤੋਂ ਇਹ ਹਾਸਲ ਹੋ ਸਕਦੀ ਹੈ। ਮੈਂ ਸਿਰਫ ਇਸ ਗੱਲ
ਵਿੱਚ ਜ਼ਿੰਮੇਵਾਰੀ ਨਿਭਾ ਰਹੇ ਹਾਂ ਕਿ ਅਸੀਂ ਸਾਰੇ ਰਲ ਕੇ ਇੱਕ ਉਸ ਕਿਸਮ ਦਾ ਮਾਹੌਲ ਉਸਾਰੀਏ ਜਿਸ ਵਿੱਚ ਵਿਚਾਰ ਦੀ ਆਦਾਨ ਪ੍ਰਦਾਨ ਦੀ ਪ੍ਰਵਿਰਤੀ ਅਤੇ ਰੀਤ ਟੁੱਟੇ ਨਾ। ਬਹੁਤ ਬਹੁਤ ਧੰਨਵਾਦ। ਤੁਹਾਡਾ ਆਪਣਾ ਗੁਰਭਜਨ ਗਿੱਲ।